ਕੂਚ ਦੀ ਕਿਤਾਬ। ਇਹ ਬਾਈਬਲ ਦੀ ਦੂਸਰੀ ਕਿਤਾਬ ਹੈ। ਇਹ ਪਿਛਲੀ ਪੁਸਤਕ ਉਤਪਤ ਦੀ ਕਹਾਣੀ ਨੂੰ ਅੱਗੇ ਵਧਾਉਂਦੀ ਹੈ, ਜੋ ਅਬਰਾਹਾਮ ਦੇ ਪੋਤਰੇ ਯਾਕੂਬ ਅਤੇ 70 ਲੋਕਾਂ ਦੇ ਵੱਡੇ ਪਰਿਵਾਰ ਦੇ ਮਿਸਰ ਵਿੱਚ ਜਾਣ ਨਾਲ ਸਮਾਪਤ ਹੋਈ ਸੀ। ਹੁਣ ਯਾਕੂਬ ਦੇ 11ਵੇਂ ਪੁੱਤਰ ਯੂਸਫ ਨੂੰ ਮਿਸਰ ਤੇ ਸ਼ਾਸਨ ਕਰਨ ਲਈ ਦੂਸਰੇ ਸਥਾਨ ਤੇ ਉੱਚਾ ਉਠਾਇਆ ਗਿਆ ਅਤੇ ਉਸਨੇ ਆਪਣੇ ਸਾਰੇ ਪਰਿਵਾਰ ਨੂੰ ਅਕਾਲ ਤੋਂ ਬਚਾਇਆ ਸੀ। ਅਤੇ ਮਿਸਰ ਦੇ ਰਾਜਾ ਫਿਰੌਨ ਨੇ ਇਸ ਪਰਿਵਾਰ ਨੂੰ ਬਚਾਉਣ ਲਈ ਇੱਕ ਸੁਰੱਖਿਅਤ ਸਥਾਨ ਦਿੱਤਾ ਸੀ। ਅਤੇ ਆਖਿਰਕਾਰ ਮਿਸਰ ਵਿੱਚ ਯਾਕੂਬ ਦੀ ਮੌਤ ਹੋ ਜਾਂਦੀ ਹੈ ਅਤੇ ਯੂਸਫ ਅਤੇ ਉਸਦੇ ਸਾਰੇ ਭਾਈ ਵੀ ਮਰ ਜਾਂਦੇ ਹਨ। ਲਗਭਗ 400 ਸਾਲ ਬੀਤਣ ਤੋਂ ਬਾਅਦ ਕੂਚ ਦੀ ਕਹਾਣੀ ਸ਼ੁਰੂ ਹੁੰਦੀ ਹੈ। ਹੁਣ ਇਸ ਕਿਤਾਬ ਦਾ ਨਾਮ ਪਹਿਲੇ ਅੱਧ ਵਿੱਚ ਹੋਣ ਵਾਲੀ ਘਟਨਾ ਦਾ ਹਵਾਲਾ ਦਿੰਦਾ ਹੈ, ਜੋ ਮਿਸਰ ਤੋਂ ਇਸਰਾਇਲ ਦੇ ਕੂਚ ਦੇ ਬਾਰੇ ਹੈ। ਪਰ ਪੁਸਤਕ ਦਾ ਦੂਜਾ ਅੱਧ ਭਾਗ ਸਿਨਾਈ ਪਹਾੜ ਦੇ ਪੈਰਾਂ ਵਿੱਚ ਹੁੰਦਾ ਹੈ। ਇਸ ਵੀਡੀਓ ਵਿੱਚ ਅਸੀਂ ਕੇਵਲ ਪਹਿਲੇ ਭਾਗ ਵੱਲ ਧਿਆਨ ਦੇਵਾਂਗੇ, ਜਿੱਥੇ ਸਦੀਆਂ ਬੀਤ ਚੁੱਕੀਆਂ ਹਨ ਅਤੇ ਇਸਰਾਇਲੀ ਫਲੇ ਅਤੇ ਦਲਾਂ ਦੇ ਦਲ ਹੋ ਗਏ ਅਤੇ ਧਰਤੀ ਉਹਨਾਂ ਨਾਲ ਭਰ ਗਈ। ਹੁਣ ਇਹ ਸਫ਼ਾ ਉਸ ਬਰਕਤ ਦੀ ਗੂੰਜ ਹੈ ਜੋ ਪਰਮੇਸ਼ਵਰ ਨੇ ਸਭ ਮਨੁੱਖਾਂ ਨੂੰ ਅਦਨ ਦੇ ਬਾਗ ਵਿੱਚ ਦਿੱਤੀ ਸੀ। ਇਹ ਸਾਨੂੰ ਹੁਣ ਤੱਕ ਬਾਈਬਲ ਦੀ ਸਭ ਤੋਂ ਵੱਡੀ ਕਹਾਣੀ ਦੀ ਯਾਦ ਦਿਵਾਉਂਦੀ ਹੈ। ਮਨੁੱਖਤਾ ਨੇ ਪਾਪ ਅਤੇ ਵਿਦਰੋਹ ਦੁਆਰਾ ਪਰਮੇਸ਼ਵਰ ਦੀ ਬਰਕਤ ਨੂੰ ਗਵਾ ਦਿੱਤਾ ਸੀ ਅਤੇ ਪਰਮੇਸ਼ਵਰ ਨੇ ਅਬਰਾਹਾਮ ਦੇ ਪਰਿਵਾਰ ਨੂੰ ਚੁਣਿਆ, ਜਿਸ ਦੇ ਦੁਆਰਾ ਉਹ ਦੁਨੀਆ ਵਿੱਚ ਆਪਣੀਆਂ ਬਰਕਤਾਂ ਨੂੰ ਬਹਾਲ ਕਰ ਸਕੇ। ਪਰ ਨਵਾਂ ਫਿਰੌਨ ਇਸਰਾਇਲ ਨੂੰ ਬਰਕਤ ਦੇ ਰੂਪ ਵਿੱਚ ਨਹੀਂ ਵੇਖਦਾ। ਅਸਲ ਵਿੱਚ ਉਹ ਸੋਚਦਾ ਹੈ ਕਿ ਇਹ ਵੱਧਦਾ ਹੋਇਆ ਪਰਦੇਸੀ ਇਸਰਾਇਲੀ ਸਮੂਹ ਉਸ ਦੇ ਰਾਜ ਲਈ ਖਤਰਾ ਹੈ ਅਤੇ ਇਸ ਲਈ ਉਤਪਤ ਵਿੱਚ ਜਿਵੇਂ ਮਨੁੱਖ ਪਰਮੇਸ਼ਵਰ ਦੀ ਬਰਕਤ ਦੇ ਖਿਲਾਫ ਵਿਰੋਧ ਕਰਦਾ ਹੈ, ਇੱਥੇ ਫਿਰੌਨ ਪਰਮੇਸ਼ਵਰ ਦੀ ਬਰਕਤ ਦੇ ਸਰੋਤ ਇਸਰਾਇਲੀਆਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਉਹਨਾਂ ਨੂੰ ਜ਼ਬਰਦਸਤੀ ਮਜ਼ਦੂਰੀ ਕਰਨ ਲਈ ਬੇਰਹਿਮੀ ਨਾਲ ਗੁਲਾਮ ਕਰਦਾ ਹੈ ਅਤੇ ਫਿਰ ਹੁਕਮ ਦਿੰਦਾ ਹੈ ਕਿ ਸਾਰੇ ਇਸਰਾਇਲੀ ਬਾਲਕਾਂ ਨੂੰ ਨੀਲ ਨਦੀ ਵਿੱਚ ਡੁਬਾ ਦਿੱਤਾ ਜਾਵੇ। ਫਿਰੌਨ ਹੁਣ ਤੱਕ ਬਾਈਬਲ ਦਾ ਸਭ ਤੋਂ ਬੁਰਾ ਕਿਰਦਾਰ ਹੈ। ਉਸ ਦਾ ਰਾਜ ਪਰਮੇਸ਼ਵਰ ਦੇ ਖਿਲਾਫ ਮਨੁੱਖਤਾ ਦੇ ਵਿਦਰੋਹ ਦਾ ਪ੍ਰਤੀਕ ਹੈ। ਫਿਰੌਨ ਨੇ ਆਪਣੇ ਲਾਭ ਅਨੁਸਾਰ ਚੰਗੇ ਅਤੇ ਬੁਰੇ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਕਿ ਉਸ ਨੂੰ ਨਿਰਦੋਸ਼ ਬੱਚਿਆਂ ਦੀ ਹੱਤਿਆ ਕਰਨਾ ਵੀ ਚੰਗਾ ਲੱਗਦਾ ਸੀ ਅਤੇ ਇਸ ਲਈ ਮਿਸਰ ਉਤਪਤ ਦੀ ਪੁਸਤਕ ਵਿੱਚ ਦਿੱਤੇ ਬਾਬਲ ਨਾਲੋਂ ਵੀ ਬੁਰਾ ਹੋ ਚੁੱਕਾ ਸੀ। ਅਤੇ ਹੁਣ ਇਸਰਾਇਲ ਨਵੇਂ ਬਾਬਲ ਦੇ ਖਿਲਾਫ ਮਦਦ ਦੇ ਲਈ ਦੁਹਾਈ ਦਿੰਦਾ ਹੈ ਅਤੇ ਪਰਮੇਸ਼ਵਰ ਇਸ ਦਾ ਜਵਾਬ ਦਿੰਦਾ ਹੈ। ਪਰਮੇਸ਼ਵਰ ਸਭ ਤੋਂ ਪਹਿਲਾਂ ਫਿਰੌਨ ਦੀ ਬੁਰਾਈ ਨੂੰ ਉਸ ਸਮੇਂ ਉਲਟ ਦਿੰਦਾ ਹੈ ਜਦ ਇੱਕ ਇਸਰਾਇਲੀ ਮਾਂ ਆਪਣੇ ਪੁੱਤਰ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਨੀਲ ਨਦੀ ਵਿੱਚ ਬਹਾ ਦਿੰਦੀ ਹੈ ਅਤੇ ਉਹ ਤੈਰਦਾ ਹੋਇਆ ਫਿਰੌਨ ਦੇ ਪਰਿਵਾਰ ਵਿੱਚ ਪਹੁੰਚ ਜਾਂਦਾ ਹੈ। ਉਸ ਦਾ ਨਾਮ ਮੂਸਾ ਰੱਖਿਆ ਜਾਂਦਾ ਹੈ। ਉਹ ਵੱਡਾ ਹੋ ਕੇ ਉਹ ਵਿਅਕਤੀ ਬਣਦਾ ਹੈ ਜਿਸ ਦਾ ਉਪਯੋਗ ਪਰਮੇਸ਼ਵਰ ਫਿਰੌਨ ਦੀ ਬੁਰਾਈ ਨੂੰ ਹਰਾਉਣ ਲਈ ਕਰੇਗਾ। ਬਲਦੀ ਹੋਈ ਝਾੜੀ ਦੀ ਪ੍ਰਸਿੱਧ ਕਹਾਣੀ ਵਿੱਚ ਪਰਮੇਸ਼ਵਰ ਮੂਸਾ ਦੇ ਸਾਹਮਣੇ ਪ੍ਰਗਟ ਹੋ ਕੇ ਫਿਰੌਨ ਦੇ ਕੋਲ ਅਤੇ ਉਸ ਨੂੰ ਇਸਰਾਇਲੀਆਂ ਨੂੰ ਛੱਡਣ ਦਾ ਆਦੇਸ਼ ਦੇਣ ਲਈ ਨਿਯੁਕਤ ਕਰਦਾ ਹੈ। ਪਰਮੇਸ਼ਵਰ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਫਿਰੌਨ ਵਿਰੋਧ ਕਰੇਗਾ ਅਤੇ ਇਸ ਲਈ ਉਹ ਮਿਸਰ ਤੇ ਬਵਾ ਦੇ ਜ਼ਰੀਏ ਆਪਣਾ ਦੰਡ ਲੈ ਕੇ ਆਵੇਗਾ। ਪਰਮੇਸ਼ਵਰ ਫਿਰ ਇਹ ਵੀ ਕਹਿੰਦਾ ਹੈ ਕਿ ਉਹ ਫਿਰੌਨ ਦੇ ਹਿਰਦੇ ਨੂੰ ਹੋਰ ਕਠੋਰ ਕਰ ਦੇਵੇਗਾ। ਸੋ ਅਸੀਂ ਕਹਾਣੀ ਦੇ ਅਗਲੇ ਮੁੱਖ ਭਾਗ ਵੱਲ ਪ੍ਰਵੇਸ਼ ਕਰਦੇ ਹਾਂ, ਜੋ ਪਰਮੇਸ਼ਵਰ ਅਤੇ ਫਿਰੌਨ ਦੇ ਵਿਚਕਾਰ ਟਕਰਾਅ ਹੈ। ਪਰਮੇਸ਼ਵਰ ਕਹਿੰਦਾ ਹੈ ਕਿ ਉਹ ਫਿਰੌਨ ਦੇ ਹਿਰਦੇ ਨੂੰ ਕਠੋਰ ਕਰੇਗਾ। ਇਸ ਦਾ ਕੀ ਅਰਥ ਹੈ? ਕਹਾਣੀ ਦੇ ਇਸ ਭਾਗ ਨੂੰ ਸੱਚਮੁੱਚ ਧਿਆਨ ਨਾਲ ਅਤੇ ਤਰਤੀਬ ਵਿੱਚ ਪੜ੍ਹਨਾ ਬਹੁਤ ਮਹੱਤਵਪੂਰਨ ਹੈ। ਮੂਸਾ ਅਤੇ ਫਿਰੌਨ ਦੇ ਪਹਿਲੇ ਟਕਰਾਅ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਫਿਰੌਨ ਦਾ ਦਿਲ ਹੋਰ ਕਠੋਰ ਹੋ ਗਿਆ ਹੈ। ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ਵਰ ਨੇ ਕੁਝ ਕੀਤਾ ਅਤੇ ਜਵਾਬ ਵਿੱਚ ਪਰਮੇਸ਼ਵਰ ਪਹਿਲੀਆਂ 5 ਬਵਾ ਭੇਜਦਾ ਹੈ ਅਤੇ ਹਰ ਇੱਕ ਬਵਾ ਫਿਰੌਨ ਅਤੇ ਉਸਦੇ ਕਿਸੇ ਇੱਕ ਮਿਸਰੀ ਦੇਵਤੇ ਦੇ ਮੁਕਾਬਲੇ ਵਿੱਚ ਹੈ। ਮੂਸਾ ਹਰ ਵਾਰ ਫਿਰੌਨ ਨੂੰ ਨਮਰ ਬਣਨ ਅਤੇ ਇਸਰਾਇਲੀਆਂ ਨੂੰ ਜਾਨ ਦੇਣ ਦਾ ਮੌਕਾ ਦਿੰਦਾ ਹੈ, ਪਰ ਹਰੇਕ ਬਵਾ ਦੇ ਬਾਅਦ ਸਾਨੂੰ ਦੱਸਿਆ ਜਾਂਦਾ ਹੈ ਕਿ ਜਾਂ ਤਾਂ ਫਿਰੌਨ ਨੇ ਆਪਣੇ ਦਿਲ ਨੂੰ ਕਠੋਰ ਕਰ ਲਿਆ ਜਾਂ ਉਸ ਦਾ ਦਿਲ ਹੋਰ ਕਠੋਰ ਹੋ ਗਿਆ। ਉਹ ਆਪਣੀ ਇੱਛਾ ਨਾਲ ਇਸ ਤਰ੍ਹਾਂ ਕਰ ਰਿਹਾ ਸੀ ਅਤੇ ਫਿਰ ਆਖਿਰਕਾਰ ਦੂਸਰੀਆਂ 5 ਬਵਾਂ ਵਿੱਚ ਅਸੀਂ ਸੁਣਨਾ ਸ਼ੁਰੂ ਕਰਦੇ ਹਾਂ ਕਿ ਪਰਮੇਸ਼ਵਰ ਨੇ ਫਿਰੌਨ ਦੇ ਦਿਲ ਨੂੰ ਕਿਸ ਤਰ੍ਹਾਂ ਕਠੋਰ ਕੀਤਾ। ਇਹ ਕਹਾਣੀ ਦਾ ਮੁੱਖ ਬਿੰਦੂ ਪ੍ਰਤੀਤ ਹੁੰਦਾ ਹੈ। ਭਾਵੇਂ ਪਰਮੇਸ਼ਵਰ ਜਾਣਦਾ ਸੀ ਕਿ ਫਿਰੌਨ ਉਸ ਦੀ ਇੱਛਾ ਦਾ ਵਿਰੋਧ ਕਰੇਗਾ, ਫਿਰ ਵੀ ਪਰਮੇਸ਼ਵਰ ਨੇ ਉਸ ਨੂੰ ਸਹੀ ਕੰਮ ਕਰਨ ਦਾ ਮੌਕਾ ਦਿੱਤਾ। ਪਰ ਆਖਿਰਕਾਰ ਫਿਰੌਨ ਦੀ ਬੁਰਾਈ ਆਖਰੀ ਬਿੰਦੂ ਤੇ ਪਹੁੰਚ ਚੁੱਕੀ ਸੀ। ਮੇਰਾ ਮਤਲਬ ਹੈ ਇੱਥੋਂ ਤੱਕ ਕਿ ਉਸ ਦੇ ਆਪਣੇ ਸਲਾਹਕਾਰ ਵੀ ਸੋਚਦੇ ਸਨ ਕਿ ਉਸ ਦਾ ਦਿਮਾਗ ਖਰਾਬ ਹੋ ਗਿਆ ਹੈ। ਇਸ ਸਮੇਂ ਪਰਮੇਸ਼ਵਰ ਫਿਰੌਨ ਨੂੰ ਆਪਣੇ ਅਧਿਕਾਰ ਵਿੱਚ ਲੈਂਦਾ ਹੈ ਅਤੇ ਉਸ ਦੀ ਬੁਰਾਈ ਨੂੰ ਆਪਣੇ ਛੁਟਕਾਰੇ ਦੇ ਉਦੇਸ਼ ਵੱਲ ਮੋੜ ਦਿੰਦਾ ਹੈ। ਪਰਮੇਸ਼ਵਰ ਫਿਰੌਨ ਨੂੰ ਉਸ ਦੇ ਹੀ ਵਿਨਾਸ਼ ਵੱਲ ਲੈ ਜਾਂਦਾ ਹੈ ਅਤੇ ਆਪਣੇ ਲੋਕਾਂ ਨੂੰ ਬਚਾਉਂਦਾ ਹੈ, ਜੋ ਅੱਗੇ ਹੁੰਦਾ ਹੈ। ਅੰਤਿਮ ਬਵਾ ਦੇ ਨਾਲ ਪਸਾਹ ਦੀ ਰਾਤ ਹੁੰਦੀ ਹੈ ਅਤੇ ਪਰਮੇਸ਼ਵਰ ਫਿਰੌਨ ਦਾ ਪਾਸਾ ਪਲਟ ਦਿੰਦਾ ਹੈ। ਜਿਸ ਤਰ੍ਹਾਂ ਫਿਰੌਨ ਨੇ ਇਸਰਾਇਲੀਆਂ ਦੇ ਪੁੱਤਰਾਂ ਨੂੰ ਮਾਰਿਆ ਸੀ, ਉਸੇ ਤਰ੍ਹਾਂ ਹੀ ਪਰਮੇਸ਼ਵਰ ਅੰਤਿਮ ਬਵਾ ਨਾਲ
ਮਿਸਰ ਦੇ ਪਲੋਠਿਆਂ ਨੂੰ ਮਾਰ ਦੇਵੇਗਾ। ਫਿਰ ਫਿਰੌਨ ਦੇ ਉਲਟ ਪਰਮੇਸ਼ਵਰ ਲੇਲੇ ਦੇ ਲਹੂ ਦੇ ਦੁਆਰਾ ਉਸ ਜਗ੍ਹਾ ਤੇ ਬਚ ਨਿਕਲਣ ਦਾ ਪ੍ਰਬੰਧ ਕਰਦਾ ਹੈ। ਇੱਥੇ ਕਹਾਣੀ ਸਮਾਪਤ ਹੋ ਜਾਂਦੀ ਹੈ ਅਤੇ ਸਾਨੂੰ ਪਸਾਹ ਦੇ ਸਾਲਾਨਾ ਪਰਬ ਦੇ ਰਿਵਾਜ ਦਾ ਵਿਵਰਣ ਦਿੰਦੀ ਹੈ। ਅਤੇ ਜਿਸ ਰਾਤ ਇਸਰਾਇਲ ਨੇ ਮਿਸਰ ਨੂੰ ਛੱਡਿਆ, ਉਸ ਤੋਂ ਇੱਕ ਰਾਤ ਪਹਿਲਾਂ ਉਹਨਾਂ ਨੇ ਇੱਕ ਨਿਰਦੋਸ਼ ਲੇਲੇ ਦੀ ਬਲੀ ਚੜਾਈ ਅਤੇ ਉਸ ਦੇ ਲਹੂ ਨੂੰ ਆਪਣੇ ਘਰ ਦੀ ਚੁਗਾਟ ਤੇ ਲਗਾਇਆ। ਜਦ ਮਿਸਰ ਤੇ ਈਸ਼ਵਰੀ ਬਵਾ ਆਈ ਤਾਂ ਉਸਨੇ ਲੇਲੇ ਦੇ ਲਹੂ ਨਾਲ ਢੱਕੇ ਘਰ ਨੂੰ ਛੱਡ ਦਿੱਤਾ ਅਤੇ ਉਹਨਾਂ ਦੇ ਬੱਚੇ ਬਚ ਗਏ। ਅਤੇ ਉਸ ਸਮੇਂ ਤੋਂ ਹਰ ਸਾਲ ਇਸਰਾਇਲੀ ਲੋਕ ਪਰਮੇਸ਼ਵਰ ਦੇ ਨਿਆਂ ਅਤੇ ਉਸ ਦੀ ਦਇਆ ਨੂੰ ਯਾਦ ਕਰਕੇ ਉਸ ਰਾਤ ਦਾ ਉਤਸਵ ਮਨਾਉਂਦੇ ਹਨ। ਪਰ ਫਿਰੌਨ ਨੇ ਆਪਣੇ ਘਮੰਡ ਅਤੇ ਵਿਰੋਧ ਦੇ ਕਾਰਨ ਆਪਣੇ ਪੁੱਤਰਾਂ ਨੂੰ ਗਵਾ ਦਿੱਤਾ ਅਤੇ ਆਖਿਰਕਾਰ ਉਹ ਇਸਰਾਇਲੀਆਂ ਨੂੰ ਆਜ਼ਾਦ ਕਰਨ ਲਈ ਮਜਬੂਰ ਹੋ ਗਿਆ ਅਤੇ ਇਸਰਾਇਲੀ ਦਾਸ ਮਿਸਰ ਤੋਂ ਆਪਣਾ ਕੂਚ ਕਰਦੇ ਹਨ। ਅਤੇ ਉਹਨਾਂ ਦੇ ਨਿਕਲਣ ਦੇ ਤੁਰੰਤ ਬਾਅਦ ਹੀ ਫਿਰੌਨ ਆਪਣਾ ਮਨ ਬਦਲ ਲੈਂਦਾ ਹੈ। ਉਹ ਆਪਣੀ ਸੈਨਾ ਨੂੰ ਇਕੱਠਾ ਕਰਦਾ ਹੈ ਅਤੇ ਇਸਰਾਇਲੀਆਂ ਉੱਤੇ ਆਪਣੇ ਅੰਤਿਮ ਵਾਰ ਦੇ ਲਈ ਉਹਨਾਂ ਦਾ ਪਿੱਛਾ ਕਰਦਾ ਹੈ। ਜਦੋਂ ਇਸਰਾਇਲੀ ਸੁਰੱਖਿਅਤ ਰੂਪ ਨਾਲ ਸਮੁੰਦਰ ਵਿੱਚੋਂ ਪਾਰ ਹੋ ਰਹੇ ਹੁੰਦੇ ਹਨ ਤਾਂ ਫਿਰੌਨ ਆਪਣੇ ਹੀ ਵਿਨਾਸ਼ ਦੀ ਵੱਲ ਅੱਗੇ ਵੱਧਦਾ ਹੈ। ਕੂਚ ਦੀ ਇਹ ਕਹਾਣੀ ਬਾਈਬਲ ਦੇ ਪਹਿਲੇ ਸਤੂਤੀ ਗੀਤ ਨਾਲ ਸਮਾਪਤ ਹੋ ਜਾਂਦੀ ਹੈ। ਇਸ ਨੂੰ ਸਮੁੰਦਰ ਦਾ ਗੀਤ ਕਿਹਾ ਜਾਂਦਾ ਹੈ। ਅੰਤਿਮ ਸਫ਼ਾ ਘੋਸ਼ਣਾ ਕਰਦਾ ਹੈ ਕਿ ਪਰਮੇਸ਼ਵਰ ਰਾਜੇ ਦੇ ਰੂਪ ਵਿੱਚ ਰਾਜ ਕਰਦਾ ਹੈ ਅਤੇ ਇਹ ਗੀਤ ਕਾਵਿ ਵਿੱਚ ਇਹ ਦੁਹਰਾਇਆ ਗਿਆ ਹੈ ਕਿ ਪਰਮੇਸ਼ਵਰ ਦੇ ਰਾਜ ਦੀ ਕਹਾਣੀ ਕਿਸ ਵਿਸ਼ੇ ਬਾਰੇ ਹੈ। ਇਹ ਇਸ ਵਿਸ਼ੇ ਬਾਰੇ ਹੈ ਕਿ ਪਰਮੇਸ਼ਵਰ ਕਿਸ ਤਰ੍ਹਾਂ ਆਪਣੀ ਦੁਨੀਆ ਵਿੱਚ ਬੁਰਾਈ ਦਾ ਸਾਹਮਣਾ ਕਰਦਾ ਅਤੇ ਉਹਨਾਂ ਨੂੰ ਛਡਾਉਂਦਾ ਹੈ ਜੋ ਬੁਰਾਈ ਦੇ ਗੁਲਾਮ ਹਨ। ਪਰਮੇਸ਼ਵਰ ਆਪਣੇ ਲੋਕਾਂ ਨੂੰ ਵਾਅਦਾ ਕੀਤੇ ਦੇਸ਼ ਵਿੱਚ ਲਿਆਉਣ ਜਾ ਰਿਹਾ ਹੈ ਜਿੱਥੇ ਉਸ ਦੀ ਈਸ਼ਵਰੀ ਮੌਜੂਦਗੀ ਉਹਨਾਂ ਸਭਨਾਂ ਦੇ ਵਿੱਚ ਰਹੇਗੀ। ਇਸ ਕਹਾਣੀ ਦਾ ਵਿਸ਼ਾ ਇਹ ਹੈ ਕਿ ਪਰਮੇਸ਼ਵਰ ਜਦ ਆਪਣੇ ਲੋਕਾਂ ਦਾ ਰਾਜਾ ਬਣਦਾ ਹੈ ਤਾਂ ਕਿਸ ਤਰ੍ਹਾਂ ਲੱਗਦਾ ਹੈ। ਇਸਰਾਇਲੀਆਂ ਦੇ ਗੀਤ ਗਾਉਣ ਤੋਂ ਬਾਅਦ ਕਹਾਣੀ ਇੱਕ ਤੇਜ਼ ਮੋੜ ਲੈਂਦੀ ਹੈ। ਇਸਰਾਇਲੀ ਜੰਗਲ ਦੇ ਰਸਤੇ ਤੋਂ ਹੁੰਦੇ ਹੋਏ ਸਿਨਾਈ ਪਹਾੜ ਦੀ ਵੱਲ ਜਾ ਰਹੇ ਹਨ ਅਤੇ ਉਹ ਮੂਸਾ ਅਤੇ ਪਰਮੇਸ਼ਵਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹਨਾਂ ਨੇ ਇਹ ਤੱਕ ਕਿਹਾ ਕਿ ਉਸਨੇ ਉਹਨਾਂ ਨੂੰ ਕਿਉਂ ਬਚਾਇਆ। ਉਹ ਕਹਿੰਦੇ ਹਨ ਕਿ ਉਹ ਮਿਸਰ ਦੇ ਚੰਗੇ ਦਿਨਾਂ ਨੂੰ ਚਾਹੁੰਦੇ ਹਨ। ਇਹ ਪਾਗਲਪਨ ਹੈ। ਪਰਮੇਸ਼ਵਰ ਕਿਰਪਾ ਕਰਕੇ ਜੰਗਲ ਵਿੱਚ ਇਸਰਾਇਲੀਆਂ ਨੂੰ ਭੋਜਨ ਅਤੇ ਪਾਣੀ ਪ੍ਰਦਾਨ ਕਰਦਾ ਹੈ। ਪਰ ਇਹ ਕਹਾਣੀਆਂ ਇੱਕ ਹਨੇਰੇ ਵਾਲੇ ਪੱਖ ਨੂੰ ਰੱਖਦੀਆਂ ਹਨ ਅਤੇ ਅਸੀਂ ਹੈਰਾਨ ਹੁੰਦੇ ਹਾਂ ਕਿ ਇਸਰਾਇਲ ਦਾ ਦਿਲ ਵੀ ਫਿਰੌਨ ਦੀ ਤਰ੍ਹਾਂ ਕਠੋਰ ਸੀ। ਅਸੀਂ ਇਹ ਵੇਖਾਂਗੇ। ਹੁਣ ਦੇ ਲਈ ਕੂਚ ਦੀ ਕਿਤਾਬ ਦੇ ਪਹਿਲੇ ਭਾਗ ਦੇ ਬਾਰੇ ਬਸ ਇੰਨਾ ਹੀ।